ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਹਿਰਦੇ ਤੇ ਆਵੋ ਜੀ, ਹਿਰਦੇ ਤੇ ਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰੂ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰੋ ਧਰਾ ਪਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਹਰ ਬਾਰ ਜਗਦੀਸ਼ਾ। ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ। ਜਿਸ ਮਹਿ ਅਮਰਤ ਗਿਆਨ ਹੈ, ਮਾਨਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਨਾਮ ਵਾਹਿਗੁਰੂ ਸਾਹਿਬ ਜੀ ਦੋਹਰਾ। ਸ਼੍ਰੀ ਗੁਰ ਹਰਗੋਬਿੰਦ ਜੀ ਜਸ ਵਿਸਾਲ ਕੋ ਪਾਏ। ਲਿਓ ਬੈਰ ਪਿਤ ਕੋ ਭਲੇ, ਗਹਿਓ ਦੁਸ਼ਟ ਦੁਖ ਦਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਿਵਾਜੀ ਸਤਸੰਗਤ ਜੀ, ਆਪ ਵਡਭਾਗੀ ਹੋ, ਵੱਡਿਆਂ ਭਾਗਾਂ ਵਾਲੇ ਹੋ। ਜੋ ਸ਼ਬਦ ਗੁਰੂ, ਸ਼ਬਦ ਬ੍ਰਹਮ ਸਾਗਰ, ਚਬਰ ਛਤਰ ਤਖਤ ਦੇ ਮਾਲਕ, ਦੋ ਜਹਾਂ ਦੇ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਤਪ ਸਥਾਨ ਗੁਰਦੁਆਰਾ ਬਾਰਠ ਸਾਹਿਬ ਵਿਖੇ ਪਿਛਲੇ ਪਹਿਰ ਦੇ ਸਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਵੇਲੇ ਦੇ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਦੁਆਰਾ ਰਚਿਤ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਇਤਿਹਾਸ ਦੀ ਲੜੀਵਾਰ ਕਥਾ ਆਪ ਸਭ ਸੰਗਤਾਂ ਸਰਵਣ ਕਰ ਰਹੇ ਹੋ ਜੇ। ਕੱਲ ਰੋਜ਼ ਤੱਕ ਇਤਿਹਾਸਕ ਸਾਖੀ ਇਥੋਂ ਤੱਕ ਸਰਵਣ ਕਰ ਆਏ ਹੋ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਅਤੇ ਬਾਦਸ਼ਾਹ ਜਹਾਂਗੀਰ ਸਜੇ ਹੋਏ ਦੀਵਾਰ ਦੇ ਦਰਬਾਰ ਦੇ ਵਿੱਚ ਜੋ ਕਚਹਿਰੀ ਹੈ ਬਾਦਸ਼ਾਹ ਜਹਾਂਗੀਰ ਦੀ, ਉੱਥੇ ਬੈਠੇ ਹਨ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚੰਦਨ ਦੀ ਚੌਂਕੀ ਤੇ ਬਿਰਾਜਮਾਨ। ਨਿਰੰਤਰ ਵਿਚਾਰ ਚਰਚਾ ਹੁੰਦੀ, ਮਾਲਾ ਦਾ ਵਿਸ਼ਾ ਚੱਲਦਾ, ਚੰਦੂ ਦਾ ਜ਼ਿਕਰ ਆਉਂਦਾ ਹੈ। ਬਾਦਸ਼ਾਹ ਆਪਣੇ ਆਪ ਨੂੰ ਨਿਰਦੋਸ਼ ਆਖਦਾ ਤੇ ਆਖਦਾ ਹੈ ਕਿ ਸਾਰਾ ਦੋਸ਼ ਚੰਦੂ ਦਾ ਹੈ। ਮੈਂ ਆਪਣੇ ਸਿਰੋਂ ਤੋਂ ਭਾਰ ਉਤਾਰਨਾ ਚਾਹੁੰਦਾ ਹਾਂ।
ਤੁਸੀਂ ਬੇਸ਼ੱਕ ਮੇਰੇ ਵੱਲੋਂ ਚੰਦੂ ਨੂੰ ਅੱਜ ਹੀ ਗ੍ਰਿਫਤਾਰ ਕਰ ਲਵੋ, ਫੜ ਲਵੋ ਤੇ ਜੋ ਸਜ਼ਾ ਦੇਣੀ ਚਾਹੁੰਦੇ ਹੋ ਦੇ ਦੇਵੋ, ਪਰ ਮੈਨੂੰ ਨਹੀਂ ਸੀ ਇਸ ਬਾਰੇ ਕੋਈ ਵੀ ਗੱਲ ਦਾ ਇਲਮ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਪਾਕਰ ਭਾਈ ਜੇਠਾ ਜੀ, ਬਾਬਾ ਬਿਧੀ ਚੰਦ ਜੀ ਚੰਦੂ ਨੂੰ ਫੜ ਲੈਂਦੇ ਹਨ। ਚੰਦੂ ਦੀਆਂ ਮੁਸ਼ਕਾਂ ਬੰਨੀਆਂ ਜਾਂਦੀਆਂ ਹਨ ਤੇ ਨਾਲ ਹੀ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਸੀ ਕਿ ਹਰੇਕ ਗੁਰਸਿੱਖ ਇਸ ਪਾਪੀ ਦੁਸ਼ਟ ਦੇ ਸਿਰ ਤੇ 5-5 ਜੁੱਤੇ ਮਾਰੇ। ਬਾਜ਼ਾਰ ਦੇ ਵਿੱਚ ਫਿਰਦਿਆਂ ਹੋਇਆਂ ਨਿਰੰਤਰ ਇਹ ਹੋਕਾ ਦਿੱਤਾ ਜਾਂਦਾ। ਕੁਝ ਲੋਕ ਤਾਂ ਇਸ ਦੀਵਾਨ ਤੋਂ ਡਰਦੇ ਹਨ, ਚੰਦੂ ਤੋਂ, ਪਿਛਾਂ ਜਾ ਕਰ ਪਿੱਛੋਂ ਹੋ ਕਰ ਆ ਕਰ ਉਸ ਦੇ ਸਿਰ ਤੇ ਜੁੱਤੇ ਮਾਰਦੇ, ਕੋ ਸਨਮੁਖ ਹੀ ਆ ਜਾਂਦੇ। ਲੋਕਾਂ ਦੇ ਵਿੱਚ ਇੱਕ ਬੜਾ ਹੀ ਵੱਡਾ ਪ੍ਰਭਾਵ ਪੈ ਰਿਹਾ ਕਿ ਏਡਾ ਵੱਡਾ ਦੀਵਾਨ ਜੋ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਫੜ ਕੇ ਇਸ ਪ੍ਰਕਾਰ ਬੇਇੱਜ਼ਤ ਕਰਨਾ ਪੀਤ ਕੀਤਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਕਿ ਭਾਈ ਇਸ ਦੇ ਸਿਰ ਤੇ ਹਰੇਕ ਗੁਰਸਿੱਖ ਪਿਆਰਾ 5-5 ਜੁੱਤੀਆਂ ਮਾਰੇ। ਇਸ ਤਰ੍ਹਾਂ ਹੌਲੀ ਹੌਲੀ ਚੰਦੂ ਨੂੰ ਲੈ ਕਰ ਗੁਰਸਿੱਖ ਪਿਆਰੇ ਬਾਜ਼ਾਰ ਦੇ ਵਿੱਚ ਚੱਲਦੇ ਹਨ, ਜਿੱਥੇ ਹਜ਼ਾਰਾਂ ਹੀ ਲੋਕ ਖਲੋਤੇ ਹੋਏ ਵੇਖ ਰਹੇ ਸਨ ਤੇ ਆਏ ਹੋਏ ਸਿੱਖ ਉਸ ਪਾਪੀ ਦੇ ਸਿਰ ਤੇ ਜੁੱਤੀਆਂ ਮਾਰ ਰਹੇ ਸਨ। ਇਥੋਂ ਤੱਕ ਦਾ ਜਿਹੜਾ ਇਤਿਹਾਸ ਹੈ, ਕੱਲ ਰੋਜ਼ ਤੱਕ ਆਪ ਸਭ ਸੰਗਤਾਂ ਸਰਵਣ ਕਰ ਆਏ ਹੋ ਜੀ। ਆਓ ਮਨ ਬਿਰਤੀਆਂ ਇਕਾਗਰ ਕਰਕੇ ਧਿਆਨ ਗੁਰ ਚਰਨਾਂ ਦੇ ਵਿੱਚ ਜੋੜ ਕਰ ਆਉਣ ਵਾਲੇ ਇਤਿਹਾਸ ਨੂੰ ਸਰਵਣ ਕਰਕੇ ਹਿਰਦਿਆਂ ਵਿੱਚ ਵਸਾ ਕਰ ਆਪਣਾ ਜੀਵਨ ਸਫਲਾ ਕਰੀਏ। ਸਤਨਾਮ ਵਾਹਿਗੁਰੂ ਸਾਹਿਬ ਜੀ। ਚੌਪਈ ਸ਼ਮਸ ਸੇਤ ਤਨ ਬੈਸ ਬਿਸਾਲਾ। ਗੁਰੂ ਸਵਾਰੀ ਸੰਗਤ ਜੀਓ, ਕਵੀ ਜੀ ਲਿਖਦੇ ਹਨ ਕਿ ਇਹ ਜਿਹੜਾ ਚੰਦੂ ਸੀ ਨਾ, ਇਸ ਦੀ ਦਾੜੀ ਚਿੱਟੀ ਸੀ, ਬਜ਼ੁਰਗੀ ਦੀ ਅਵਸਥਾ ਤੇ ਸਰੀਰ ਦੀ ਉਮਰ ਜੋ ਵੱਡੀ ਹੈ, ਪਰ ਮਾਰ ਨਹਿ ਰਹਿ ਸੰਭਾਲਾ। ਜਦੋਂ ਉਸ ਦੇ ਮਾਰ ਪੈ ਰਹੀ ਸੀ ਤਾਂ ਉਹ ਆਪਣੇ ਆਪ ਨੂੰ ਸੰਭਾਲ ਨਹੀਂ ਰਿਹਾ ਸੀ। ਪੁਰਖੀ ਨਾਰ ਅਰੂਡੀ ਉੱਚੇ, ਨਗਰ ਦੀਆਂ ਔਰਤਾਂ ਉੱਚੀ ਥਾਂ ਤੇ ਬੈਠੀਆਂ ਸਨ। ਕੌਤਕ ਹੋਵਤ ਜਹਾਂ ਪਹੁੰਚੇ, ਜਿੱਥੇ ਇਹ ਤਮਾਸ਼ਾ ਹੋ ਰਿਹਾ ਸੀ ਉੱਥੇ ਪਹੁੰਚ ਜਾਂਦੀਆਂ ਹਨ। ਕਰਤ ਬਿਲੋਕਨ ਨਰ ਗਨ ਨਾਰੀ, ਬਹੁਤ ਸਾਰੇ ਮਰਦ ਤੇ ਔਰਤਾਂ ਚੰਦੂ ਦੀ ਹੋ ਰਹੀ ਦੁਰਦਸ਼ਾ ਨੂੰ ਵੇਖ ਰਹੇ ਹਨ। ਕੋ ਮਾਰਿਆ ਕੋ ਦੇਵਤ ਗਾਰੀ, ਕੋਈ ਚੰਦੂ ਦੇ ਸਿਰ ਤੇ ਜੁੱਤੀਆਂ ਮਾਰ ਰਿਹਾ ਸੀ ਤੇ ਕੋਈ ਬੁਰਾ ਭਲਾ ਉਸ ਨੂੰ ਆਖ ਰਿਹਾ ਸੀ। ਕੋ ਮੁਖ ਉਪਰ ਜੂਤ ਬਗਾਵੈ, ਕੋਈ ਉਸ ਦੇ ਮੂੰਹ ਦੇ ਉੱਪਰ ਜੁੱਤੀਆਂ ਮਾਰਦਾ ਹੈ। ਕੋ ਭਰ ਮੁਸ਼ਟ ਖਾਕ ਕੀ ਪਾਵੈ, ਤੇ ਕੋਈ ਮਿੱਟੀ ਦੀਆਂ ਮੁੱਠਾਂ ਭਰ ਕੇ ਚੰਦੂ ਤੇ ਸੁੱਟ ਰਿਹਾ ਹੈ। ਮੁਸ਼ਕਾਂ ਦੇ ਕਰ ਪੱਗੀਆ ਸਾਥ, ਚੰਦੂ ਨੂੰ ਉਸ ਦੀ ਪੱਗ ਦੇ ਨਾਲ ਹੀ ਮੁਸ਼ਕਾਂ ਦੇ ਕਰ ਰਹਾ। ਪੀਛੇ ਗਹੀ ਸੋ ਜੇਠੇ ਹਾਥ, ਭਾਈ ਜੇਠਾ ਜੀ ਨੇ ਉਸ ਨੂੰ ਆਪਣੇ ਹੱਥ ਦੇ ਨਾਲ ਪਿੱਛੋਂ ਫੜਿਆ ਹੋਇਆ ਸੀ। ਆਗੇ ਕਰਿਓ ਚਲਤ ਪੁਰ ਮਾਹੀ, ਉਸ ਨੂੰ ਅੱਗੇ ਕਰਕੇ ਨਗਰ ਦੇ ਵਿੱਚ ਤੋਰਿਆ ਜਾ ਰਿਹਾ ਸੀ। ਭਰਿਓ ਧੂਰ ਪਰਖਿਓ ਨਹਿ ਜਾਹੀ, ਚੰਦੂ ਧੂੜ ਦੇ ਨਾਲ ਲਿਬੜਿਆ ਹੋਇਆ ਪਛਾਣਿਆ ਨਹੀਂ ਜਾ ਰਿਹਾ ਸੀ। ਦੌਰ ਦੌਰ ਬਾਲਕ ਗਨ ਆਵੈ, ਕਵੀ ਜੀ ਲਿਖਦੇ ਕਿ ਬਹੁਤ ਸਾਰੇ ਬੱਚੇ ਦੌੜ ਦੌੜ ਕੇ ਉੱਥੇ ਆਉਂਦੇ ਹਨ। ਅੰਜੁਲ ਭਰਿਆ ਖਾਕ ਕੇ ਪਾਵੈ, ਦੇ ਬੁੱਕ ਭਰ ਭਰ ਕੇ ਚੰਦੂ ਦੇ ਉੱਪਰ ਪਾ ਦਿੰਦੇ ਹਨ। ਇਹ ਭਰੂਆ ਗੁਰਦਰੋਹੀ ਮਹਾ, ਆਖਦੇ ਹਨ ਕਿ ਬੜਾ ਹੀ ਵੱਡਾ ਭੜੂਆ ਨਿਰਲੱਜ ਗੁਰੂ ਜੀ ਦਾ ਵੱਡਾ ਦੋਸ਼ੀ ਹੈ। ਜਾਹੇ ਪਰਵਾਰਤ ਬਹੁ ਜਹ ਕਹਾ, ਉਹ ਜਿੱਥੇ ਕਿੱਥੇ ਜਾਂਦਾ ਸਾਰੇ ਲੋਕ ਉਸ ਨੂੰ ਘੇਰ ਲੈਂਦੇ ਹਨ। ਹਤਨ ਪਵਿੱਤਰ ਕਹੈ ਨਰ ਕੋਈ, ਸਾਰੇ ਹੀ ਇਹੋ ਆਖਦੇ ਕਿ ਚੰਦੂ ਨੂੰ ਮਾਰਨਾ ਪਵਿੱਤਰ ਕਰਮ ਹੈ। ਇਹ ਗੁਰਦਰੋਹੀ ਦੋਖ ਨ ਕੋਈ, ਇਹ ਗੁਰੂ ਜੀ ਦਾ ਦੋਸ਼ੀ ਹੈ ਤੇ ਇਸ ਨੂੰ ਮਾਰਨਾ ਇਸ ਦੇ ਵਿੱਚ ਕਿਸੇ ਪ੍ਰਕਾਰ ਦਾ ਪਾਪ ਨਹੀਂ ਹੈ। ਇਸ ਪ੍ਰਕਾਰ ਮਾਰਤ ਲੈ ਗਏ, ਇਸ ਪ੍ਰਕਾਰ ਚੰਦੂ ਨੂੰ ਮਾਰਦੇ ਹੋਏ ਲੈ ਜਾਂਦੇ ਹਨ। ਡੇਰੇ ਵਿਖਿਆ ਪਹੁੰਚਤ ਭਏ, ਤੇ ਆਪਣੇ ਟਿਕਾਣੇ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ
ਸਿੱਖ ਸੇਵਕਾਂ ਸਮੇਤ ਪਹੁੰਚ ਜਾਂਦੇ ਹਨ। ਚੌਪਈ ਬੜ ਅਪਰਾਧ ਕਰਿਓ ਜਿਨ ਜੈਸੇ। ਚੰਦੂ ਨੇ ਜਿਵੇਂ ਜਿਸ ਪ੍ਰਕਾਰ ਦਾ ਵੱਡਾ ਪਾਪ ਕੀਤਾ ਸੀ, ਦਈ ਸਜਾਏ ਧੀਰਗਾ ਤੈਸੇ। ਉਸ ਨੂੰ ਤੇਵੇਂ ਹੀ ਵੱਡੀ ਸਜ਼ਾ ਪ੍ਰਾਪਤ ਹੋ ਰਹੀ ਸੀ। ਇਮ ਹੋਏ ਬਿਨ ਜੇ ਮਰ ਜਾਤੋ। ਜੇਕਰ ਉਹ ਇਸ ਤਰ੍ਹਾਂ ਹੋਏ ਬਿਨਾ ਹੀ ਮਰ ਜਾਂਦਾ ਕਰਤ ਕਲੰਕਤ ਜਸ ਅਵਦਾਤੋ। ਤਾਂ ਉਹ ਜਿਹੜਾ ਗੁਰੂ ਘਰ ਦਾ ਜਸ ਸੀ ਨਾ, ਕਿ ਦੁਸ਼ਟ ਨੂੰ ਮਾਰਨ ਵਾਲਾ, ਫਿਰ ਉਸ ਨੂੰ ਕਲੰਕ ਲੱਗਦਾ ਸੀ। ਲਿਓ ਨਾ ਗਇਓ ਬੈਰ ਪਿਤ ਕੇਰਾ। ਲੋਕਾਂ ਨੇ ਹੀ ਕਹਿਣਾ ਸੀ ਕਿ ਜਿਸ ਤੋਂ ਆਪਣੇ ਪਿਤਾ ਦਾ ਬਦਲਾ ਨਾ ਲਿਆ ਗਿਆ। ਕਿਉ ਸੁਤ ਜਨਮਿਓ ਮੰਦ ਬਡੇਰਾ। ਤਾਂ ਉਸ ਵਰਗਾ ਜਿਹਾ ਮਾੜਾ ਪੁੱਤਰ ਕਿਉਂ ਜਨਮਿਆ। ਗੁਰੂ ਅਵਗਿਆ ਕਥਿਰਤਾ ਪਾਵੈ। ਗੁਰੂ ਜੀ ਦੀ ਅਵਗਿਆ ਕਰਨ ਵਾਲਾ ਜੋ ਹੈ, ਮਹਾਪਾਤ ਕੀ ਪਾਪ ਕਮਾਵੈ। ਮਹਾਪਾਪੀ ਕਾਇਮ ਬੈਠਾ ਹੈ ਤੇ ਪਾਪ ਕਮਾ ਰਿਹਾ ਹੈ। ਸਤਿਗੁਰ ਸੁਤ ਅਰ ਸੰਗਤ ਕੇਰਾ। ਸਤਿਗੁਰੂ ਜੀ ਦੇ ਸਪੁੱਤਰ ਅਤੇ ਜੋ ਸੰਗਤਾਂ ਹਨ, ਕਹਿ ਅਪਵਾਦ ਅਜਾਨ ਬਡੇਰਾ। ਅਗਿਆਨ ਲਈ ਕਿਉਂ ਕਹਿੰਦੇ ਹੋਏ ਵੱਡੀ ਨਿੰਦਿਆ ਕਰਦੇ ਹਨ। ਸ੍ਰੀ ਹਰਿਗੋਬਿੰਦ ਅਬ ਸਭ ਕੇਰੀ। ਗੁਰੂ ਹਰਿਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਇਸ ਸਮੇਂ ਰੱਖ ਲਈ ਪਤ ਲਾਜ ਕਨੇਰੀ। ਸਾਰੀ ਸੰਗਤ ਦੀ ਬਹੁਤ ਮਾਨ ਇੱਜ਼ਤ ਰੱਖ ਲਈ ਹੈ। ਉਪਜਨ ਤਿਨ ਕੋ ਧਨ ਮਹਾਨਾ। ਮਹਾਨ ਗੁਰੂ ਜੀ ਦਾ ਪ੍ਰਗਟ ਹੋਣਾ ਵੱਡਾ ਧੰਤਾ ਯੋਗ ਹੋਇਆ ਹੈ। ਕਰਿਓ ਕਾਜ ਛਤਰੀਨ ਸੁਜਾਨਾ। ਜਿਸਨੇ ਗਿਆਨ ਵਾਲਾ ਛਤਰੀਆਂ ਵਾਲਾ ਕਰਮ ਕੀਤਾ ਹੈ। ਦਾਵੇਦਾਰ ਰਿਦਾ ਅਸ ਜਿਨ ਕੋ। ਜਿਨ੍ਹਾਂ ਦਾ ਅਜਿਹਾ ਦਾਈਏ ਵਾਲਾ ਹਿਰਦਾ ਹੈ। ਆਯੁਧ ਧਰਨ ਧਨ ਹੈ ਤਿਨ ਕੋ। ਜਿਨ੍ਹਾਂ ਦਾ ਹਥਿਆਰ ਧਾਰਨ ਕਰਨਾ ਸ਼ਲਾਘਾ ਜੋ ਕਾਰਜ ਹੈ। ਪੂਰਬ ਸੰਤ ਰੂਪ ਗੁਰ ਅਹੇ। ਪਹਿਲੇ ਗੁਰੂ ਸਾਹਿਬਾਨ ਸੰਤ ਸ਼ਾਂਤ ਰੂਪ ਹੋਏ ਹਨ। ਤਿਨ ਕੋ ਛਿਮਾ ਕਰਨ ਹੀ ਚਾਹੇ। ਉਹਨਾਂ ਦਾ ਸੁਭਾਅ ਖਿਮਾ ਕਰਨਾ ਸੀ। ਇਹ ਬੜ ਵੀਰ ਸੁਬਾਹੁ ਵਿਸਾਲਾ। ਇਹ ਗੁਰੂ ਭਾਵ ਗੁਰੂ ਹਰਗੋਬਿੰਦ ਜੀ ਸ੍ਰੇਸ਼ਟ ਵਿਸ਼ਾਲ ਬਾਹਾਂ ਵਾਲੇ ਵੱਡੇ ਸੂਰਮੇ ਹਨ। ਬਸੈ ਵੀਰ ਰਸ ਜਹਾਂ ਸੁਖਾਲਾ। ਜਿਨ੍ਹਾਂ ਦੇ ਹਿਰਦੇ ਅੰਦਰ ਸੁਖ ਦੇਣ ਵਾਲਾ ਵੀਰ ਰਸ ਵਸਦਾ ਹੈ। ਮਨੋ ਸੂਰਤਾ ਰੂਪ ਸੁਹਾਵੈ। ਜਾਣੋ ਸੂਰਮਤਾਈ ਦਾ ਸਰੂਪ ਸੋਭਾ ਦੇ ਰਿਹਾ ਹੋਵੇ। ਦਰਸ਼ਨ ਤੇ ਉਤਸ਼ਾਹ ਵਧਾਵੈ। ਜੋ ਗੁਰੂ ਜੀ ਦੇ ਦਰਸ਼ਨ ਕਰਨ ਤੇ ਉਤਸ਼ਾਹ ਵਧਾਉਂਦਾ ਹੈ। ਸਤਿਗੁਰ ਪਿਤ ਕੋ ਸ਼ਤਰੂ ਚੰਦੂ। ਪਿਤਾ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜੋ ਦੁਸ਼ਮਨ ਚੰਦੂ ਹੈ। ਜਿਨ ਕੀਨਸ ਅਪਰਾਧ ਬਿਲੰਦੂ। ਜਿਸਨੇ ਬਹੁਤ ਹੀ ਵੱਡਾ ਅਪਰਾਧ ਕੀਤਾ ਸੀ। ਪੁਰ ਮੈਂ ਫੇਰਿਓ ਕਰ ਅਸਹਾਲਾ। ਉਸ ਨੂੰ ਨਗਰ ਦੇ ਵਿੱਚ ਅਜਿਹਾ ਭੈੜਾ ਹਾਲ ਕਰਕੇ ਘੁਮਾਇਆ ਗਿਆ ਹੈ। ਇਹ ਸ਼ੁਭ ਕਾਰਜ ਕੀਨ ਵਿਸਾਲਾ। ਕਵੀ ਜੀ ਲਿਖਦੇ ਕਿ ਲੋਕ ਆਖਦੇ ਹਨ ਕਿ ਗੁਰੂ ਜੀ ਨੇ ਇਹ ਬਹੁਤ ਵੱਡਾ ਸ਼ੁਭ ਕਾਰਜ ਕੀਤਾ ਹੈ। ਇਮ ਦਿੱਲੀ ਪੁਰ ਵਿਖੈ ਬਿਰਤੰਤ। ਇਸ ਪ੍ਰਕਾਰ ਦਿੱਲੀ ਦੇ ਵਿੱਚ ਬਿਰਤਾਂਤ ਹੋਇਆ ਹੈ। ਕਹਿਤ ਪਰਸ ਪਰ ਲੋਕ ਮਿਲੰਤ। ਦਿੱਲੀ ਸ਼ਹਿਰ ਦੇ ਲੋਕ ਆਪਸ ਦੇ ਵਿੱਚ ਮਿਲ ਕਰ ਇਸ ਪ੍ਰਕਾਰ ਵਾਰਤਾਲਾਪ ਕਰਦੇ ਹਨ। ਉਤੋ ਪਕਰਨੋ ਕਠਨ ਮਹਾਨ। ਕਿ ਚੰਦੂ ਨੂੰ ਫੜਨਾ ਬਹੁਤ ਔਖਾ ਕਾਰਜ ਸੀ। ਸ਼ਾਹ ਅਗਾਰੀ ਵਧਿਓ ਦੀਵਾਨ। ਜੋ ਬਾਦਸ਼ਾਹ ਦੇ ਵੱਡੇ ਦੀਵਾਨ ਸਨ। ਸਭ ਉਮਰਾਵ ਸਹਾਇਕ ਜਾਹੀ। ਤੇ ਜਿਸ ਦੇ ਸਾਰੇ ਵਜ਼ੀਰ ਵੀ ਸਹਾਇਕ ਸਨ। ਬ੍ਰਿੰਦ ਦਰਬ ਕਿਛ ਗਿਣਤੀ ਨਾਹੀ। ਜਿਸ ਕੋਲ ਬਹੁਤ ਸਾਰਾ ਧਨ ਸੀ, ਜਿਸ ਦੀ ਗਿਣਤੀ ਨਹੀਂ ਹੋ ਸਕਦੀ ਹੈ। ਸਗਲ ਜਗਤ ਪਰ ਹੁਕਮ ਕਰੰਤਾ। ਜੋ ਸਾਰੇ ਸੰਸਾਰ ਤੇ ਸਾਰੇ ਲੋਕਾਂ ਤੇ ਹੁਕਮ ਕਰਦਾ ਸੀ। ਹਤ ਹਤੈ ਚਹਤ ਚਿਤ ਕੈ ਬਖਸ਼ੰਤਾ। ਚਿੱਤ ਵਿੱਚ ਚਾਹੇ ਕਿਸੇ ਨੂੰ ਮਾਰੇ ਜਾਂ ਬਖਸ਼ੇ, ਉਸ ਦਾ ਇਸ ਪ੍ਰਕਾਰ ਹੁਕਮ ਚੱਲਦਾ ਸੀ। ਰਿਸ਼ਵਤ ਦੇ ਸਭ ਕੋ ਅਪਨਾਵਤ। ਇਸ ਲਈ ਉਸਨੇ ਸਭ ਨੂੰ ਰਿਸ਼ਵਤ ਦੇ ਕਰ ਆਪਣੇ ਵੱਲ ਕਰ ਲਿਆ ਸੀ। ਕੋ ਚਾਰੀ ਕੋ ਕਰਨ ਨ ਪਾਵਤ। ਕੋਈ ਵੀ ਉਸ ਦੀ ਚੁਗਲੀ ਨਹੀਂ ਕਰਦਾ ਸੀ। ਬਿਨ ਸ੍ਰੀ ਹਰਿਗੋਬਿੰਦ ਵਿਸ਼ੇਖ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਤੋਂ ਬਗੈਰ ਕੌਣ ਸਕੈ ਇਸ ਕੀ ਦਸ਼ ਦੇਖ। ਇਸ ਦੇ ਵੱਲ ਹੋਰ
ਕੌਣ ਵੇਖ ਸਕਦਾ ਸੀ। ਪਾਤਸ਼ਾਹ ਨੇ ਕਿਮ ਪਕਰਾਇਓ, ਬਾਦਸ਼ਾਹ ਨੇ ਉਸ ਨੂੰ ਕਿਵੇਂ ਫੜਾ ਦਿੱਤਾ ਹੈ। ਉਤੋ ਪੁਰਾਤਨ ਮੁਖੈ ਬਨਾਇਓ, ਜਿਸ ਨੂੰ ਬਹੁਤ ਪਹਿਲਾਂ ਤੋਂ ਹੀ ਮੁਖੀਆ ਦੀਵਾਨ ਬਣਾਇਆ ਹੋਇਆ ਸੀ। ਮਿਲ ਮਿਲ ਲੋਕ ਕਰੈ ਇਮ ਬਾਤ, ਲੋਕ ਮਿਲ ਮਿਲ ਕੇ ਇਸ ਪ੍ਰਕਾਰ ਗੱਲਾਂ ਕਰਦੇ ਹਨ। ਪੁਰ ਮੈਂ ਘਰ ਘਰ ਚੰਦ ਬਿਰਤਾਂਤ, ਨਗਰ ਦੇ ਵਿੱਚ ਘਰ ਘਰ ਦੇ ਵਿੱਚ ਚੰਦੂ ਦੀ ਹੀ ਚਰਚਾ ਹੋ ਰਹੀ ਸੀ। ਸੁਨਤ ਸੁਜਸ ਗੁਰ ਆਵਤ ਡੇਰੇ, ਗੁਰੂ ਜੀ ਦੀ ਸ੍ਰੇਸ਼ਟ ਵਡਿਆਈ ਸੁਣ ਕੇ ਸਿੱਖ ਗੁਰੂ ਜੀ ਦੇ ਨਿਵਾਸ ਸਥਾਨ ਤੇ ਆ ਰਹੇ ਹਨ। ਬੰਧਨ ਕਰੈ ਸਿੱਖ ਹੋਏ ਨੇਰੇ, ਤੇ ਉਹ ਗੁਰੂ ਜੀ ਦੇ ਕੋਲ ਹੋ ਕਰ ਨਮਸਕਾਰਾਂ ਕਰਦੇ ਹਨ। ਆਏ ਬਿਰਾਜੇ ਨਿਜ ਸਥਾਨ, ਆਪਣੇ ਨਿਵਾਸ ਸਥਾਨ ਤੇ ਆਕਰ ਸਤਿਗੁਰੂ ਜੀ ਬਿਰਾਜਮਾਨ ਹੁੰਦੇ ਹਨ। ਸ੍ਰੀ ਸਤਿਗੁਰੂ ਰੂਪ ਭਗਵਾਨ, ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜੋ ਪਰਮਾਤਮਾ ਜੀ ਦਾ ਰੂਪ ਹਨ। ਪਠਿਓ ਤੋ ਇੱਕ ਨਰ ਬੜ ਭੋਰ, ਉਹਨਾਂ ਨੇ ਵੱਡੀ ਸਵੇਰ ਹੀ ਇੱਕ ਜੋ ਆਦਮੀ ਸੀ ਚਮੂ ਸਮੇਤ ਬਿਰਧ ਕੀ ਓਰ, ਬਾਬਾ ਬੁੱਢਾ ਸਾਹਿਬ ਜੀ ਵੱਲ ਸੁਨੇਹਾ ਲੈਣ ਭੇਜ ਦਿੱਤਾ ਹੈ। ਹਮ ਪਹੁੰਚੇ ਪੁਰ ਮੈਂ ਅਬ ਆਏ, ਬਾਬਾ ਬੁੱਢਾ ਸਾਹਿਬ ਜੀ ਅਸੀਂ ਹੁਣ ਨਗਰ ਦਿੱਲੀ ਦੇ ਵਿੱਚ ਆ ਪਹੁੰਚੇ ਹਾਂ। ਤੁਮ ਪੀ ਮਿਲੋ ਮੋਦ ਉਪਜਾਏ, ਤੁਸੀਂ ਵੀ ਆਨੰਦ ਧਾਰਨ ਕਰਕੇ ਆਕਰ ਮਿਲਣਾ ਕਰੋ। ਬਿਰਧ ਕੇ ਸਹਿਤ ਚਮੂ ਭਟ ਹਰਖੇ, ਬਾਬਾ ਬੁੱਢਾ ਸਾਹਿਬ ਜੀ ਸਮੇਤ ਸੈਨਾ ਦੇ ਸਿਪਾਹੀ ਸੂਰਮੇ ਵੀ ਖੁਸ਼ ਹੋ ਜਾਂਦੇ ਹਨ। ਪਾਏ ਜੀ ਨ ਹੈ ਪਰ ਤੰਗ ਕਰਖੇ, ਤੇ ਉਹਨਾਂ ਨੇ ਘੋੜਿਆਂ ਦੇ ਉੱਪਰ ਕਾਠੀਆਂ ਪਾ ਲਈਆਂ ਤੇ ਜਿਹੜੇ ਤੰਗ ਸੀ ਉਹ ਕੱਸ ਲਏ ਹਨ। ਚੜ ਧੌਂਸਾ ਦੇ ਕਰ ਸਭ ਸੈਨ, ਤਾਂ ਉਹ ਹੁਣ ਧੌਂਸੀ ਵਜਾ ਕਰ ਸਾਰੀ ਸਵੈਨਾ ਜੋ ਹੈ ਉਹ ਚੱਲ ਪੈਂਦੀ ਹੈ। ਸਤਿਗੁਰ ਆਏ ਬਿਲੋਕੇ ਨੈਣ, ਤੇ ਆਏ ਹੋਏ ਸਤਿਗੁਰੂ ਜੀ ਦੇ ਅੱਖੀਂ ਦਰਸ਼ਨ ਕੀਤੇ ਹਨ। ਸ਼ਾਹੋ ਨਿਕਟ ਤੇ ਜਬ ਚੱਲ ਆਏ, ਬਾਦਸ਼ਾਹ ਦੇ ਕੋਲੋਂ ਦਿੱਲੀ ਤੋਂ ਜਦ ਤੋਂ ਚੱਲ ਕੇ ਆਏ ਹਨ। ਤਬ ਹੀ ਬਿਰਧ ਜੁਟ ਭਟ ਸਮੁਦਾਏ, ਤਦੋਂ ਤੋਂ ਹੀ ਬਾਬਾ ਬੁੱਢਾ ਸਾਹਿਬ ਜੀ ਸਮੂਹ ਸਿੱਖ ਸੂਰਮਿਆਂ ਦੇ ਨਾਲ ਹਨ। ਪਦ ਅਰ ਬਿੰਦਨ ਬੰਦਨ ਕਰਕੇ, ਸਭ ਨੇ ਗੁਰੂ ਜੀ ਦੇ ਚਰਨ ਕਮਲਾਂ ਤੇ ਨਮਸਕਾਰ ਕੀਤੀ ਹੈ। ਦਰਸ ਬਿਲੋਕਤ ਆਨੰਦ ਧਰ ਤੇ ਕੇ, ਆਨੰਦ ਧਾਰਨ ਕਰਕੇ ਗੁਰੂ ਜੀ ਦੇ ਦਰਸ਼ਨ ਕੀਤੇ ਹਨ। ਬਿਰਧ ਜੁਤ ਸਭ ਸਨਮਾਨ ਬਿਠਾਏ, ਬਾਬਾ ਬੁੱਢਾ ਸਾਹਿਬ ਜੀ ਸਮੇਤ ਸਾਰੇ ਸਨਮਾਨ ਸਹਿਤ ਬਿਠਾਏ ਹਨ। ਇਤਨੇ ਮੈਂ ਚੰਦੂ ਕਹੋ ਲਿਆਏ, ਇੰਨੇ ਸਮੇਂ ਦੇ ਵਿੱਚ ਪਿੱਛੇ ਆ ਰਹੇ ਸਿੱਖ ਚੰਦੂ ਨੂੰ ਵੀ ਲੈ ਕਰ ਆ ਜਾਂਦੇ ਹਨ। ਗੁਰ ਪਰਅੰਕ ਪਰ ਥਿਰੈ ਨਿਹਾਰ ਹੈ, ਗੁਰੂ ਜੀ ਪਲੰਗ ਦੇ ਉੱਪਰ ਬੈਠੇ ਵੇਖ ਰਹੇ ਹਨ। ਬਾਰ ਬਾਰ ਨਰ ਪਨਹੀ ਮਾਰਹਿ, ਤੇ ਲੋਕ ਵਾਰ-ਵਾਰ ਚੰਦੂ ਦੇ ਸਿਰ ਤੇ ਜੁੱਤੀਆਂ ਮਾਰ ਰਹੇ ਹਨ। ਖਾਕ ਸੀਰ ਅਰ ਮੁਖ ਪਰ ਡਾਰੀ, ਚੰਦੂ ਦੇ ਮੂੰਹ ਦੇ ਉੱਪਰ ਸਿਰ ਦੇ ਉੱਤੇ ਸਵਾ ਪਈ ਹੋਈ ਸੀ। ਸੂਜੋ ਸਿਰ ਪਨਹੀ ਗਨ ਮਾਰੀ, ਬਹੁਤ ਜੁੱਤੀਆਂ ਮਾਰਨ ਕਰਕੇ ਉਸ ਦਾ ਸਿਰ ਸੁੱਜ ਗਿਆ ਸੀ। ਮੁਸ਼ਕਾ ਬਾਂਦੀ ਪੱਗਿਆ ਸਾਥ, ਪਗੜੀ ਦੇ ਨਾਲ ਉਸ ਦੀਆਂ ਮੁਸ਼ਕਾਂ ਬੰਨੀਆਂ ਹੋਈਆਂ ਸਨ। ਜੇਠੇ ਗਹਿ ਰਾਖਿਓ ਨਿਜ ਹਾਥ, ਭਾਈ ਜੇਠਾ ਜੀ ਨੇ ਹੱਥ ਦੇ ਵਿੱਚ ਪੱਗ ਦਾ ਦੂਜਾ ਲੜ ਫੜਿਆ ਹੋਇਆ ਸੀ। ਵੱਡ ਜੈਕਾਰ ਸ਼ਬਦ ਤਬ ਭਇਓ, ਤਦ ਸਿੱਖਾਂ ਵੱਲੋਂ ਜੈ ਜੈਕਾਰ ਕਰਨ ਤੇ ਬਹੁਤ ਸ਼ੋਰ ਹੋਇਆ ਹੈ। ਧੰਨ ਗੁਰੂ ਵੱਡ ਰਿਪ ਗਹਿ ਲਇਓ, ਧੰਨ ਗੁਰੂ ਜੀ ਹਨ ਸਾਰੇ ਆਖਦੇ ਹਨ ਜਿਨ੍ਹਾਂ ਨੇ ਵੱਡੇ ਦੁਸ਼ਮਣ ਨੂੰ ਫੜ ਲਿਆ ਹੈ। ਸ੍ਰੀ ਹਰਗੋਬਿੰਦ ਊਚ ਉਚਾਰਾ, ਤਦ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਉੱਚੀ ਉਚਾਰਨ ਕੀਤਾ ਹੈ। ਇਹ ਕੂਕਰ ਹੈ ਭੌਂਕਨ ਹਾਰਾ, ਜਿਵੇਂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਨੂੰ ਜੋ ਚਿੱਠੀਆਂ ਲਿਖੀਆਂ ਸਨ ਰਿਸ਼ਤੇ ਦੇ ਸਬੰਧ ਦੇ ਵਿੱਚ, ਉਦੋਂ ਵੀ ਚੰਦੂ ਨੇ ਕੂਕਰ ਦੀ ਵਾਲੇ ਕਾਰਜ ਕੀਤੇ ਸੀ ਤੇ ਆਖਦਾ ਸੀ ਕਿ ਮੈਂ ਇੱਕ ਕੁੱਤਾ ਹਾਂ, ਕੂਕਰ ਹਾਂ, ਤੇ ਜਿਸ ਦੇ ਪਿੱਛੇ ਪੈ ਜਾਵਾਂ ਫਿਰ ਖਤਮ ਬਿਨੇ ਕਰ ਤੋਂ ਬਣਾ, ਖਤਮ ਕਰਨ ਤੋਂ ਬਿਨਾ ਪਛਾਣ ਨਹੀਂ ਹਟਾਂਗਾ। ਤੇ ਅੰਤ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸ਼ਹੀਦ ਹੋ ਗਏ ਤੇ ਉਦੋਂ ਵੀ ਇਸ ਨੇ ਇਹ ਗੱਲ ਕੀਤੀ ਸੀ ਕਿ ਮੈਨੂੰ ਕੂਕਰ ਭਾਵ ਕੁੱਤਾ ਕਿਹਾ ਗਿਆ ਤੇ ਉਸੇ ਪ੍ਰਕਾਰ ਮੈਂ ਪਿੱਛੇ ਪਿਆ ਰਿਹਾ ਹਾਂ ਤੇ ਮੈਂ ਖਤਮ ਕੀਤਾ ਹੈ।
ਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਉਹ ਜਿਹੜੇ ਸ਼ਬਦ ਇਸ ਨੇ ਆਖੇ ਸੀ ਨਾ, ਉਹਨਾਂ ਨੂੰ ਯਾਦ ਕੀਤਾ ਤੇ ਆਖਦੇ ਕਿ ਜਿਹੜਾ ਚੰਦੂ ਹੈ ਨਾ, ਇਹ ਵਾਕਿਆ ਹੀ ਉਸੇ ਪ੍ਰਕਾਰ ਭੌਂਕਣ ਵਾਲਾ ਕੁੱਤਾ ਹੈ। ਜਹਾਂ ਤੁਰੰਗ ਸਮੂਹ ਪਛਾਰੀ, ਜਿੱਥੇ ਪਿੱਛੇ ਸਾਡੇ ਘੋੜੇ ਖੜੇ ਹਨ, ਇੱਕ ਲੱਕੜੀ ਤਹਿ ਗਾਡੋ ਭਾਰੀ, ਉੱਥੇ ਇੱਕ ਵੱਡੀ ਲੱਕੜੀ ਦਾ ਕਿੱਲਾ ਗੱਡਦੇ ਵੋ। ਜੋ ਰਾਖਿਆ ਕੂਕਰ ਚੰਡਾਲ, ਜਿਹੜੇ ਜੰਗਲੀ ਖੁੰਖਾਰੂ ਕੁੱਤੇ ਰੱਖੇ ਹੋਏ ਹਨ, ਦੇਹੋ ਮਿਲਾਏ ਇਸ ਕੋ ਤਿੰਨ ਨਾਲ, ਤੇ ਇਸ ਚੰਦੂ ਨੂੰ ਉਹਨਾਂ ਦੇ ਨਾਲ ਮਿਲਾ ਕਰ ਉਸ ਵੱਡੀ ਲੱਕੜ ਕਿੱਲੇ ਦੇ ਨਾਲ ਮਜ਼ਬੂਤੀ ਸਹਿਤ ਬੰਨਦੇ ਵੋ। ਕੂਕਰ ਸਮ ਦੇਹੋ ਖਾਨ ਰੂਪਾਨਾ, ਤੇ ਉਹਨਾਂ ਇਸ ਨੂੰ ਵੀ ਕੁੱਤਿਆਂ ਦੇ ਵਾਂਗ ਹੀ ਖਾਣ ਤੇ ਪੀਣਾ ਦੇਵੋ। ਤਿਸ ਲੱਕੜੀ ਸੋ ਬਾਂਧ ਮਹਾਨਾ, ਤੇ ਉਸੇ ਲੱਕੜੀ ਕਿੱਲੇ ਦੇ ਨਾਲ ਵੱਡੀ ਮਜ਼ਬੂਤੀ ਸਹਿਤ ਬੰਨਦੇ ਵੋ। ਜੇਤਕ ਮਾਨਵ ਹਮਰੇ ਸੰਗ, ਜਿੰਨੇ ਸਾਡੇ ਨਾਲ ਜਿੰਨੇ ਵੀ ਆਦਮੀ ਹਨ, ਸਭ ਕੋ ਹੈ ਅਸ ਹੁਕਮ ਅਭੰਗ। ਸਤਿਗੁਰੂ ਜੀ ਆਖਦੇ ਹਨ ਕਿ ਸਭ ਨੂੰ ਸਾਡਾ ਪੱਕਾ ਹੁਕਮ ਹੈ। ਪਾਂਚ ਪਾਂਚ ਪਨਹੀ ਬਲ ਸਾਥੇ, ਇਹ ਜ਼ੋਰ ਦੇ ਨਾਲ ਪੰਜ ਪੰਜ ਜੁੱਤੀਆਂ ਹਨ। ਵੱਡੇ ਦੁਸ਼ਟ ਕੇ ਹਨਿਯਹ ਮਾਥੇ, ਇਸ ਵੱਡੇ ਪਾਪੀ ਦੇ ਮੱਥੇ ਦੇ ਵਿੱਚ ਮਾਰ ਨਾ ਕਰੋ। ਇਮ ਸੁਨ ਕਰ ਸੈਨਾ ਨਰ ਸਾਰੇ, ਇਹ ਸੁਣ ਕਰ ਸੈਨਾ ਦੇ ਜਿਤਨੇ ਵੀ ਸਿਪਾਹੀ ਹਨ, ਨਿਜ ਨਿਜ ਬਾਰੀ ਕਰਤ ਪ੍ਰਹਾਰੇ, ਆਪਣੀ ਆਪਣੀ ਵਾਰੀ ਦੇ ਨਾਲ ਜੁੱਤੀਆਂ ਮਾਰਨ ਲੱਗਦੇ ਹਨ। ਪਨਹੀ ਹਨਤ ਮੂਰਛਾ ਪਾਈ, ਜੁੱਤੀਆਂ ਮਾਰਨ ਕਰਕੇ ਚੰਦੂ ਬੇਹੋਸ਼ ਹੋ ਜਾਂਦਾ ਹੈ। ਤਾਰੇ ਮੌਨ ਸਭ ਲਹਿ ਸਜਾਈ, ਚੁੱਪ ਧਾਰਨ ਕਰਕੇ ਸਾਰੀ ਸਜ਼ਾ ਪਾਉਣ ਲੱਗਾ ਹੈ। ਲਾਤ ਪ੍ਰਹਾਰ ਪਰੇ ਪਰ ਕਰਹੀ, ਸਾਰੇ ਆਦਮੀ ਉਸ ਦੇ ਉੱਪਰੋਂ ਥੱਲੇ ਲੱਤਾਂ ਵੀ ਮਾਰਦੇ ਹਨ। ਹਤਿਉ ਦੁਸ਼ਟ ਵੱਡ ਬਾਕ ਉਚਰਹੀ, ਤੇ ਕਹਿ ਰਹੇ ਹਨ ਕਿ ਵੱਡਾ ਪਾਪੀ ਮਾਰ ਦਿੱਤਾ ਹੈ। ਮੂਰਛਤ ਪਰਿਓ ਸੁਨਿਓ ਇਮ ਜਬੈ, ਜਦੋਂ ਗੁਰੂ ਜੀ ਨੇ ਸੁਣਿਆ ਕਿ ਚੰਦੂ ਬੇਹੋਸ਼ ਹੋ ਗਿਆ ਹੈ, ਦਇਓ ਹੁਕਮ ਗੁਰ ਹਤਹੁ ਨ ਅਬੈ, ਗੁਰੂ ਜੀ ਨੇ ਤਦ ਹੁਕਮ ਕੀਤਾ ਕਿ ਭਾਈ ਹੁਣ ਇਸ ਨੂੰ ਨਾ ਮਾਰੋ, ਮਰੈ ਨਹੀਂ ਜੀਵਤ ਇਸ ਰਾਖੋ, ਇਸ ਨੂੰ ਜਿਉਂਦਾ ਰੱਖੋ, ਮਾਰਨਾ ਨਾ ਕਰੋ। ਬਹੁਪੁਰ ਮੈਂ ਫੇਰਨ ਅਬਿਲਾਖੋ, ਅਸੀਂ ਇਸ ਨੂੰ ਬਹੁਤ ਨਗਰਾਂ ਦੇ ਵਿੱਚ ਕਮਾਉਣਾ ਚਾਹੁੰਦੇ ਹਾਂ। ਸਵਾਨਨ ਸਾਥ ਦੇਹੋ ਤਿਹ ਖਾਨਾ, ਇਸ ਨੂੰ ਕੁੱਤਿਆਂ ਦੇ ਨਾਲ ਹੀ ਭੋਜਨ ਦੇਵੋ। ਰਾਖ ਬਚਾਵੋ ਤਨ ਮੈਂ ਪ੍ਰਾਨਾ, ਇਸ ਦੇ ਸਰੀਰ ਦੇ ਵਿੱਚ ਚਲਦੇ ਪ੍ਰਾਣਾਂ ਨੂੰ ਬਚਾਈ ਰੱਖਿਆ ਜਾਵੇ। ਸੁਨ ਜੇਠੇ ਮੁਸ਼ਕਾਂ ਖੁਲਵਾਈ, ਤਾਂ ਇਹ ਸੁਣ ਕਰ ਭਾਈ ਜੇਠਾ ਜੀ ਨੇ ਚੰਦੂ ਦੀਆਂ ਮੁਸ਼ਕਾਂ ਖੁਲਵਾ ਦਿੱਤੀਆਂ ਹਨ। ਰਾਖੇ ਦਿੜ ਬਿਠਾਏ ਤਕਰਾਈ, ਤੇ ਉਸ ਦੇ ਕੋਲ ਰਖਵਾਲੇ ਬਿਠਾ ਦਿੱਤੇ ਹਨ। ਗਹੇ ਸ਼ਸਤਰ ਇਕ ਠਾਂਡੋ ਰਹੈ, ਇੱਕ ਸਿੱਖ ਜਿਹੜਾ ਸੀ ਕਹਿ ਦਿੱਤਾ ਉਸ ਨੂੰ ਕਿ ਇਸ ਦੇ ਕੋਲ ਸ਼ਸਤਰ ਫੜ ਕੇ ਖਲੋ ਜਾਵੋ। ਅਗਰ ਬਿਲੋਚਨ ਕੇ ਇਸ ਲਹੈ, ਸਾਹਮਣੇ ਖੜਾ ਹੋ ਕਰ ਆਪਣੀ ਅੱਖਾਂ ਦੇ ਨਾਲ ਇਸ ਨੂੰ ਵੇਖਦੇ ਰਹੋ। ਇਤਿਆਦਿਕ ਕਹਿ ਕਰ ਸਭ ਬਾਤ, ਇਸ ਪ੍ਰਕਾਰ ਸਾਰੀ ਗੱਲ ਕਹਿ ਕੇ ਸਮਝਾ ਕਰ ਦੇਖੀ ਆਨ ਪਰਵਿਰਤੀ ਰਾਤ, ਤਾਂ ਉਹਨਾਂ ਨੇ ਵੇਖਿਆ ਕਿ ਰਾਤ ਵਾਪਸ ਆ ਗਈ, ਭਾਵ ਰਾਤ ਹੋ ਗਈ ਹੈ। ਗੁਰੂ ਸਹਿਤ ਕਰ ਖਾਨ ਰੂਪਾਨਾ, ਤਾਂ ਸਾਰੇ ਸਿੱਖ ਸੇਵਕਾਂ ਨੇ ਸਤਿਗੁਰੂ ਜੀ ਸਮੇਤ ਭੋਜਨ ਛਕਿਆ ਹੈ। ਟਿਕੇ ਸਗਲ ਨਰ ਨਿਜ ਨਿਜ ਥਾਨਾ, ਤੇ ਸਾਰੇ ਹੀ ਸਿੱਖ ਸੇਵਕ ਆਪੋ ਆਪਣੇ ਸਥਾਨਾਂ ਤੇ ਵਿਸ਼ਰਾਮ ਕਰਦੇ ਹਨ। ਸੁਪਤ ਜਥਾ ਸੁਖ ਗੁਰ ਅਬਰਾਮੋ, ਇਸ ਤਰ੍ਹਾਂ ਸੁੰਦਰ ਗੁਰੂ ਜੀ ਸੁਖ ਦੀ ਨੀਂਦ ਸੌਂ ਜਾਂਦੇ ਹਨ। ਤਜੀ ਨੀਂਦ ਜਬ ਜਾਮਨ ਜਾਮੋ, ਜਦ ਪਹਿਰ ਰਾਤ ਰਹਿੰਦੀ ਸੀ ਤਾਂ ਗੁਰੂ ਜੀ ਨੇ ਨੀਂਦ ਤਿਆਗ ਦਿੱਤੀ ਹੈ। ਸੋਚ ਇਸ਼ਨਾਨ ਕੀਨ ਸੁਖ ਪਾਏ, ਤਾਂ ਉਹਨਾਂ ਨੇ ਸੁਖ ਦੇ ਪਾ ਕੇ ਸੋਚ ਇਸ਼ਨਾਨ ਕੀਤਾ ਹੈ। ਫਿਰੇ ਅਡੋਲ ਸਮਾਧ ਲਗਾਏ, ਫਿਰ ਉਹ ਸਮਾਧੀ ਲਗਾ ਕਰ ਸਥਿਰ ਹੋ ਜਾਂਦੇ ਹਨ। ਆਸਾ ਵਾਰਰ ਬਾਬੀ ਗਾਵੈ, ਉਸ ਵੇਲੇ ਰਬਾਬੀ ਆਸਾ ਦੀ ਵਾਰ ਗਾ ਰਹੇ ਸਨ। ਬਹੁ ਰਾਗਨ ਕੇ ਸ਼ਬਦ ਸੁਨਾਵੈ, ਉਹ ਬਹੁਤ ਰਾਗਾਂ ਦੇ ਵਿੱਚ ਗੁਰਬਾਣੀ ਦੇ ਸ਼ਬਦ ਸੁਣਾ ਰਹੇ
ਸਨ। ਰੌਣਕ ਅਤ ਹੋਈ ਸਭ ਡੇਰੇ, ਸਾਰੇ ਨਿਵਾਸ ਸਥਾਨ ਤੇ ਬਹੁਤ ਰੌਣਕ ਹੋ ਜਾਂਦੀ ਹੈ। ਜਾਗਤ ਹੋਤੇ ਆਨੰਦ ਬਡੇਰੇ, ਜਾਗਨ ਸਾਰ ਸਵੇਰ ਹੁੰਦਿਆਂ ਹੀ ਉਥੇ ਵੱਡਾ ਆਨੰਦ ਛਾ ਜਾਂਦਾ ਹੈ। ਭੇ ਇਕੱਤਰ ਸਭ ਨਰ ਜੁਰ ਆਜ, ਸਾਰੇ ਲੋਕ ਉਥੇ ਜੁੜ ਕੇ ਇਕੱਠੇ ਹੋ ਗਏ ਹਨ। ਸਿੱਖ ਸੰਗਤ ਅਰ ਸੈਨ ਸਮਾਜ, ਸਿੱਖ ਸੰਗਤਾਂ ਅਤੇ ਜੋ ਸਮੂਹ ਸਤਿਗੁਰੂ ਜੀ ਦੀ ਸੈਨਾ ਹੈ। ਦਿਨ ਕਰ ਉਦੈ ਭਇਓ ਜਿਸ ਕਾਲਾ, ਜਿਸ ਸਮੇਂ ਸੂਰਜ ਪ੍ਰਗਟ ਹੋਇਆ ਉਦੇ ਹੁੰਦਾ ਹੈ। ਬਿਗਸੇ ਗੁਰ ਦ੍ਰਿੜ ਕਮਲ ਵਿਸਾਲਾ, ਤਾਂ ਗੁਰੂ ਜੀ ਦੇ ਕਮਲ ਰੂਪੀ ਵੱਡੇ ਨੇਤਰ ਖਿੜ ਜਾਂਦੇ ਹਨ। ਤਜੀ ਸਮਾਧ ਬਸਰ ਮੰਗਵਾਏ, ਗੁਰੂ ਜੀ ਨੇ ਆਪਣੀ ਸਮਾਧੀ ਤਿਆਗ ਦਿੱਤੀ ਅਤੇ ਸਾਰੇ ਵਸਤਰ ਮੰਗਵਾ ਲਏ ਹਨ। ਪਹਿਰ ਸਰਬ ਸਤ ਗੁਰੂ ਸੁਹਾਏ, ਤੇ ਸਾਰੇ ਵਸਤਰ ਪਹਿਨ ਕਰ ਗੁਰੂ ਜੀ ਸੋਭਾ ਸਹਿਤ ਹੋ ਗਏ ਹਨ। ਬੈਠੇ ਵਹਿਰ ਲਗਾਏ ਦੀਵਾਨ, ਗੁਰੂ ਜੀ ਬਾਹਰ ਦੀਵਾਨ ਲਗਾ ਕਰ ਬੈਠ ਜਾਂਦੇ ਹਨ। ਬੰਦਤ ਸਭ ਬ੍ਰਿਧ ਆਦਿਕ ਆਨ, ਬਾਬਾ ਬੁੱਢਾ ਸਾਹਿਬ ਜੀ ਆਦਿਕ ਸਭ ਸਿੱਖਾਂ ਨੇ ਆਕਰ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ। ਸਿਪਰ ਖੜਗ ਧਰ ਗਨ ਭਟ ਆਏ, ਬਹੁਤ ਸਾਰੇ ਸੂਰਮੇ ਸ਼ਸਤਰ ਧਾਰੀ ਹੋ ਕਰ ਤਲਵਾਰਾਂ ਢਾਲਾਂ ਧਾਰਨ ਕਰਕੇ ਦੀਵਾਨ ਦੇ ਵਿੱਚ ਪਹੁੰਚ ਜਾਂਦੇ ਹਨ। ਅਤ ਪ੍ਰਮੋਦ ਸਭ ਕੈ ਉਰ ਛਾਏ, ਸਭ ਦੇ ਮਨਾਂ ਦੇ ਵਿੱਚ ਬਹੁਤ ਆਨੰਦ ਛਾਇਆ ਹੋਇਆ ਸੀ। ਜੁਤ ਹਰਦਾਸ ਮਹੀਪਤ ਬਾਵਨ, ਸਮੇਤ ਕਿਲੇਦਾਰ ਹਰਦਾਸ ਦੇ ਜਿਹੜੇ 52 ਰਾਜੇ ਹਨ। ਆਏ ਕਰਿਓ ਗੁਰ ਦਰਸ਼ਨ ਪਾਵਨ, ਉਹਨਾਂ ਨੇ ਵੀ ਆਕਰ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹਨ। ਬੰਦਨ ਕਰੈ ਚਰਨ ਅਰਬਿੰਦੇ, ਉਹ ਗੁਰੂ ਜੀ ਦੇ ਚਰਨ ਕਮਲਾਂ ਤੇ ਬੰਦਨਾ ਕਰ ਰਹੇ ਹਨ। ਬੈਠ ਨਿਕਟ ਬਹੁ ਹਿਰਦੇ ਆਨੰਦੇ, ਤੇ ਉਹਨਾਂ ਨੇ ਨੇੜੇ ਬੈਠ ਕੇ ਹਿਰਦੇ ਦੇ ਵਿੱਚ ਬਹੁਤ ਆਨੰਦ ਧਾਰਨ ਕੀਤਾ ਹੈ। ਸਨਮੁਖ ਗੁਰ ਦਰੋਹੀ ਗਹਿ ਬਾਤਾ, ਸਾਹਮਣੇ ਗੁਰੂ ਘਰ ਦਾ ਦੋਸ਼ੀ ਫੜ ਕੇ ਬੰਨਿਆ ਹੋਇਆ ਸੀ। ਬੀਚ ਚੰਡਾਲਨ ਕੇ ਲਹਿ ਬਾਦਾ, ਜੋ ਕੰਕਾਰੂ ਕੁੱਤਿਆਂ ਦੇ ਵਿੱਚ ਬੈਠਾ ਦੁੱਖ ਪਾ ਰਿਹਾ ਸੀ। ਸਤਿਗੁਰ ਨਿਕਟ ਬ੍ਰਿਧ ਨੇ ਭਾਖਾ, ਤਦ ਬਾਬਾ ਬੁੱਢਾ ਸਾਹਿਬ ਜੀ ਨੇ ਸਤਿਗੁਰੂ ਜੀ ਦੇ ਨੇੜੇ ਕੋਲ ਹੋ ਕਰ ਕਹਿਆ ਹੈ। ਮਾਤ ਗੰਗ ਕੇ ਉਰ ਅਬਿਲਾਖਾ, ਕਿ ਮਾਤਾ ਗੰਗਾ ਜੀ ਦੇ ਮਨ ਦੀ ਚਾਹਤ ਹੈ। ਇਤ ਦਿਸ਼ ਤੁਮਰੇ ਮਹਿ ਮਨ ਲਾਗਾ, ਤੇ ਉਹਨਾਂ ਦਾ ਇਧਰ ਵੱਲ ਤੁਹਾਡੇ ਵਿੱਚ ਹੀ ਮਨ ਲੱਗਿਆ ਹੋਇਆ ਹੈ। ਇੱਕ ਪੁੱਤਰਾ ਧੀਰਗ ਅਨੁਰਾਗਾ, ਉਹਨਾਂ ਦਾ ਆਪਣੇ ਇੱਕੋ ਇੱਕ ਸੁਪੁੱਤਰ ਦੇ ਨਾਲ ਵੱਡਾ ਪ੍ਰੇਮ ਹੈ। ਪ੍ਰਥਮ ਵਿਛਰਨੋ ਨੰਦਨ ਪਿਆਰੋ, ਉਹਨਾਂ ਦਾ ਆਪਣੇ ਪਿਆਰੇ ਪੁੱਤਰ ਦੇ ਨਾਲ ਇਹ ਪਹਿਲੀ ਵੀਰ ਵਿਛੋੜਾ ਪਿਆ ਹੈ। ਜਨਨੀ ਕੀ ਇਮ ਦਸ਼ਾ ਵਿਚਾਰੋ, ਸੋ ਤੁਸੀਂ ਮਾਤਾ ਜੀ ਦੀ ਇਸ ਹਾਲਤ ਨੂੰ ਸਮਝਣਾ ਕਰੋ। ਸੁਧ ਸਭ ਲਿਖ ਭੇਜੋ ਤਤਕਾਲ, ਤੇ ਤੁਰੰਤ ਇਸੇ ਸਮੇਂ ਹੀ ਆਪਣੀ ਸਾਰੀ ਖਬਰ ਲਿਖ ਕਰ ਉਹਨਾਂ ਨੂੰ ਭੇਜ ਦੇਵੋ। ਸੁਨ ਉਪਜਾ ਔਰ ਮੋਦ ਵਿਸਾਲ, ਤਾਂ ਜੋ ਸੁਣ ਕੇ ਉਹਨਾਂ ਦੇ ਮਨ ਦੇ ਵਿੱਚ ਵੱਡੀ ਖੁਸ਼ੀ ਪੈਦਾ ਹੋ ਜਾਵੇ। ਸ੍ਰੀ ਹਰਿਗੋਬਿੰਦ ਸੁਨ ਕਰ ਬਾਣੀ, ਇਹ ਬਚਨ ਸੁਣ ਕਰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜੋ ਹਨ। ਬ੍ਰਿਧ ਸਾਹਿਬ ਇਹ ਨੀਕ ਬਖਾਨੀ, ਆਖਿਆ ਕਿ ਬਾਬਾ ਬੁੱਢਾ ਸਾਹਿਬ ਜੀਓ ਤੁਸਾਂ ਨੇ ਦਰੁਸਤ ਫਰਮਾਇਆ ਹੈ। ਲਿਖ ਕਰ ਪਠੋ ਤੁਰਕ ਹਲਕਾਰਾ, ਤੁਸੀਂ ਚਿੱਠੀ ਲਿਖ ਕੇ ਹੁਣੇ ਹੀ ਹਲਕਾਰੇ ਨੂੰ ਭੇਜਣਾ ਕਰੋ। ਕਰੈ ਕਰਾਹ ਜਾਏ ਦਰਬਾਰਾ, ਤੇ ਉਹ ਦਰਬਾਰ ਸਾਹਿਬ ਜਾ ਕੇ ਕੜਾ ਪ੍ਰਸ਼ਾਦ ਤਿਆਰ ਕਰਵਾਵੇ। ਪੂਰਨ ਸਰਬ ਕਾਮਨਾ ਹੋਈ, ਸਭ ਇਛਾਵਾਂ ਪੂਰੀਆਂ ਹੋ ਗਈਆਂ ਹਨ। ਗਹਿਓ ਮੰਦ ਮਤ ਸ਼ਤਰੂ ਜੋਈ, ਮਾੜੀ ਬੁੱਧੀ ਵਾਲਾ ਜਿਹੜਾ ਦੁਸ਼ਮਣ ਚੰਦੂ ਸੀ ਉਸ ਨੂੰ ਫੜ ਲਿਆ ਗਿਆ ਹੈ। ਆਏ ਸਪਾਏ ਬ੍ਰਿਧ ਤਤਕਾਲਾ, ਗੁਰੂ ਜੀ ਦੀ ਆਗਿਆ ਪਾਕਰ ਬਾਬਾ ਬੁੱਢਾ ਸਾਹਿਬ ਜੀ ਜੋ ਹਨ। ਲਿਖ ਪਤਰੀ ਪਠ ਸ਼ੀਗਰ ਵਿਸਾਲਾ, ਤੇ ਉਸੇ ਸਮੇਂ ਹੀ ਚਿੱਠੀ ਲਿਖੀ
ਤੇ ਬਹੁਤ ਜਲਦੀ ਭੇਜ ਦਿੱਤੀ ਹੈ। ਸ਼੍ਰੀ ਅੰਮ੍ਰਿਤਸਰ ਜਬ ਸੁਧ ਆਈ, ਜਦ ਸ਼੍ਰੀ ਅੰਮ੍ਰਿਤਸਰ ਜੀ ਦੇ ਵਿੱਚ ਖਬਰ ਪਹੁੰਚ ਜਾਂਦੀ ਹੈ। ਸੁਨ ਗੰਗਾ ਨਿਜ ਅੰਗ ਨ ਮਾਈ, ਤਾਂ ਮਾਤਾ ਗੰਗਾ ਜੀ ਨੇ ਜਦੋਂ ਸੁਣਿਆ ਤਾਂ ਖੁਸ਼ੀ ਉਹਨਾਂ ਦੇ ਅੰਗਾਂ ਦੇ ਵਿੱਚ ਨਹੀਂ ਸਮਾਈ ਜਾ ਰਹੀ। ਜਾਣੋ ਕਿ ਉਹ ਬਹੁਤ ਪ੍ਰਸੰਨ ਹੋਏ ਹਨ। ਬਾਰ ਬਾਰ ਸ਼੍ਰੀ ਨਾਨਕ ਧਿਆਨ, ਉਹ ਵਾਰ-ਵਾਰ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਾਰਨ ਕਰਦੇ ਹਨ। ਹਿਰਦੇ ਧਾਰ ਜੋਰਤ ਜੁਗ ਪਾਨ, ਹਿਰਦੇ ਦੇ ਵਿੱਚ ਸਤਿਗੁਰੂ ਜੀ ਨੂੰ ਧਿਆਨ ਧਰਦਿਆਂ ਹੋਇਆ ਬਾਰ-ਬਾਰ ਦੋਨੋਂ ਹੱਥ ਜੋੜਦੇ ਹਨ। ਸਗਲ ਗੁਰਨ ਕੋ ਬੰਧਨ ਧਾਰੀ, ਮਾਤਾ ਗੰਗਾ ਜੀ ਨੇ ਸਾਰੇ ਗੁਰੂ ਸਾਹਿਬਾਨ ਜੀ ਨੂੰ ਨਮਸਕਾਰ ਕੀਤੀ ਹੈ। ਮਮ ਸੁਤ ਕੇ ਸਦ ਹੀ ਰਖਵਾਰੀ, ਆਖਿਆ ਕਿ ਤੁਸੀਂ ਸਾਰੇ ਮੇਰੇ ਪੁੱਤਰ ਦੇ ਸਦਾ ਹੀ ਰਖਵਾਲੇ ਹੋ। ਦੁਰਗ ਕੈਦ ਕੋ ਤਹਿ ਨਿਕਸਾਏ, ਉਹਨਾਂ ਨੂੰ ਕਿਲੇ ਦੇ ਵਿੱਚੋਂ ਤੁਸੀਂ ਹੀ ਬਾਹਰ ਕੱਢਿਆ ਹੈ। ਗੁਰ ਦਰੋਹੀ ਗਹਿ ਜਸ ਕੋ ਪਾਏ, ਜਿਨ੍ਹਾਂ ਗੁਰੂ ਜੀ ਦੇ ਵੈਰੀ ਨੂੰ ਫੜ ਕੇ ਵਡਿਆਈ ਪ੍ਰਾਪਤ ਕੀਤੀ ਹੈ। ਸਪਥ ਕਠਨ ਸਭ ਪੂਰਨ ਭਈ, ਚੰਦੂ ਨੂੰ ਫੜਨ ਦੀ ਸਹੁੰ ਖਾਦੀ ਸੀ, ਬਹੁਤ ਕਠਨ ਜੋ ਕਾਰਜ ਸੀ। ਚਿਤ ਚਿੰਤਾ ਅਬ ਸਗਲੀ ਛਾਈ, ਉਹ ਸਾਰਾ ਕਾਰਜ ਪੂਰੇ ਹੋ ਗਏ। ਹੁਣ ਚਿੱਤ ਦੀ ਸਾਰੀ ਚਿੰਤਾ ਦੂਰ ਹੋ ਗਈ ਹੈ। ਬੜ ਉਤਸ਼ਾਹ ਕੀਨ ਸਭ ਭਾਂਤੀ, ਮਾਤਾ ਗੰਗਾ ਜੀ ਨੇ ਸਭ ਪ੍ਰਕਾਰ ਦੇ ਨਾਲ ਖੁਸ਼ੀ ਕੀਤੀ ਹੈ। ਸੁਤ ਕੀ ਸੁਧ ਸੁਨ ਸੀਤਲ ਛਾਤੀ, ਆਪਣੇ ਪੁੱਤਰ ਦੇ ਆਉਣ ਦੀ ਖਬਰ ਸੁਣ ਕਰ ਉਹਨਾਂ ਦਾ ਹਿਰਦਾ ਸ਼ਾਂਤ ਹੋ ਗਿਆ ਹੈ। ਗਨ ਧਨ ਦੇ ਕਰਾਹ ਕਰਵਾਇਓ, ਉਹਨਾਂ ਨੇ ਬਹੁਤ ਸਾਰਾ ਧਨ ਦੇ ਕੇ ਕੜਾ ਪ੍ਰਸ਼ਾਦ ਤਿਆਰ ਕਰਵਾਇਆ ਹੈ। ਸ਼੍ਰੀ ਹਰਿਮੰਦਰ ਜਾਏ ਵਰਤਾਇਓ, ਤੇ ਸ਼੍ਰੀ ਹਰਿਮੰਦਰ ਸਾਹਿਬ ਜੀ ਦੇ ਵੀ ਜਾ ਕਰ ਉਹ ਵਰਤਾ ਦਿੱਤਾ ਹੈ। ਬਾਰ ਬਾਰ ਬੰਦਨ ਕੋ ਕਰਤੀ, ਮਾਤਾ ਗੰਗਾ ਜੀ ਵਾਰ-ਵਾਰ ਨਮਸਕਾਰਾਂ ਕਰ ਰਹੇ ਹਨ। ਤ੍ਰਿਗਨ ਆਨ ਵਧਾਈ ਰਰਤੀ, ਅਨੇਕਾਂ ਇਸਤਰੀਆਂ ਨੇ ਕਰ ਉਹਨਾਂ ਨੂੰ ਵਧਾਈ ਦਿੱਤੀ ਹੈ। ਮੰਗਤ ਜਨ ਸਮੁਦਾਇ ਜੇ ਦੀਨ, ਮੰਗਤੇ ਜੋ ਹੋਰ ਬਹੁਤ ਸਾਰੇ ਗਰੀਬ ਲੋਕ ਸਨ। ਜਥਾ ਉਚਿਤ ਸਭ ਕੋ ਧਨ ਦੀਨ, ਜਿਵੇਂ ਵੀ ਮੁਨਾਸਬ ਸੀ ਮਾਤਾ ਗੰਗਾ ਜੀ ਨੇ ਸਭ ਨੂੰ ਧਨ ਦਿੱਤਾ ਹੈ। ਜਬ ਕੇ ਦੁਰਗਮ ਜਾਰ ਪਰਵੇਛੇ, ਤੇ ਆਖ ਰਹੇ ਹਨ ਕਿ ਜਦੋਂ ਦਾ ਮੇਰੇ ਪੁੱਤਰ ਨੇ ਕਿਲੇ ਦੇ ਵਿੱਚ ਪ੍ਰਵੇਸ਼ ਕੀਤਾ ਸੀ, ਤਬ ਤੇ ਸੁਧ ਸੁਨ ਚਿੰਤ ਵਿਸ਼ੇਸ਼ੇ, ਉਦੋਂ ਦੀ ਹੀ ਖਬਰ ਸੁਣ ਕੇ ਚਿੱਤ ਦੇ ਵਿੱਚ ਵੱਡੀ ਚਿੰਤਾ ਸੀ। ਸੋ ਬਿਨਸੀ ਅਤ ਵਧਿਓ ਆਨੰਦ, ਤਾਂ ਉਹ ਚਿੰਤਾ ਹੁਣ ਦੂਰ ਹੋ ਗਈ ਤੇ ਬਹੁਤ ਖੁਸ਼ੀ ਵਧੀ ਹੈ। ਕਰੀ ਲਾਇ ਕੇ ਨੰਦਨ ਚੰਦ, ਚੰਦਰਮਾ ਸਮਾਨ ਸੁਪੁੱਤਰ ਨੇ ਵੱਡੀ ਲਿਆਕਤ ਵਿਖਾਈ ਹੈ। ਪਿਤ ਬੈਰੀ ਕੋ ਗਹਿਓ ਬਿਲੰਦ, ਅਤੇ ਉਹਨਾਂ ਨੇ ਪਿਤਾ ਦੇ ਵੱਡੇ ਵੈਰੀ ਚੰਦੂ ਨੂੰ ਫੜ ਲਿਆ ਹੈ। ਜਿਸ ਹਿਤ ਚਿਤਵਤ ਜਤਨ ਜੇ ਬ੍ਰਿੰਦ, ਜਿਸ ਨੂੰ ਫੜਨ ਲਈ ਅਨੇਕਾਂ ਯਤਨ ਵਿਚਾਰੇ ਸਨ। ਇਮ ਉਤਸ਼ਾਹ ਸੁਦਾਸਰ ਪਏ, ਇਸ ਤਰ੍ਹਾਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਵਿੱਚ ਬਹੁਤ ਖੁਸ਼ੀ ਦੇ ਕਾਰਜ ਹੋਏ ਹਨ। ਸਿੱਖ ਸੰਗਤ ਸਭ ਹਿਨ ਸੁਨ ਲਏ, ਸਾਰੀਆਂ ਸਿੱਖ ਸੰਗਤਾਂ ਨੇ ਗੁਰੂ ਜੀ ਦੇ ਆਉਣ ਬਾਰੇ ਸੁਣ ਲਿਆ ਹੈ। ਗੋਇੰਦਵਾਲ ਆਦ ਜੇ ਥਾਨ, ਗੋਇੰਦਵਾਲ ਸਾਹਿਬ ਆਦਿਕ ਜਿਹੜੇ ਹੋਰ ਸਥਾਨ ਹਨ, ਜਹ ਕੈ ਬਿਥਰੀ ਕਰਤ ਬਖਾਨ, ਜਿੱਥੇ ਕਿਥੇ ਕਥਨ ਕਰਦਿਆਂ ਇਹ ਖਬਰ ਫੈਲ ਗਈ ਸੀ। ਬੇਦੀ ਤ੍ਰਿਹਨ ਸਕਲ ਹਰ ਖਾਏ, ਬੇਦੀ ਅਤੇ ਤ੍ਰਿਹਨ ਕੁਲ ਦੇ ਸਾਰੇ ਰਿਸ਼ਤੇਦਾਰ ਬੜੇ ਹੀ ਖੁਸ਼ ਹਨ। ਸ਼੍ਰੀ ਹਰਗੋਬਿੰਦ ਕੋ ਜਸ ਗਾਏ, ਉਹ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਜਸ ਗਾਉਂਦੇ ਹਨ। ਆਪਣੀ ਕਰੀ ਪ੍ਰਤੱਗਿਆ ਪੂਰਨ, ਕਿ ਗੁਰੂ ਜੀ ਨੇ ਆਪਣਾ ਪ੍ਰਣ ਪੂਰਾ ਕਰ ਲਿਆ ਹੈ। ਪਿਤ ਦਰੋਹੀ ਕੋ ਕੀਨਸ ਚੂਰਨ, ਪਿਤਾ ਦੇ ਦੋਸ਼ੀ ਨੂੰ ਫੜ ਲਿਆ ਹੈ। ਦੋਹਰਾ ਅਬ ਸ਼੍ਰੀ ਹਰਗੋਬਿੰਦ ਕੀ ਕਥਾ ਸੁਨੋ ਮਨ ਲਾਏ। ਕਵੀ ਜੀ ਲਿਖਦੇ ਹਨ ਕਿ ਹੁਣ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਜੋ ਦਿੱਲੀ ਦੇ ਵਿੱਚ ਹਨ, ਮਜਨੂ ਕੇ ਟਿੱਲੇ ਪਾਵਨ ਸਥਾਨ ਤੇ ਉਹਨਾਂ ਦਾ ਪ੍ਰਸੰਗ ਮਨ ਲਾ ਕਰ ਸੁਣਨਾ ਕਰੋ। ਦਿੱਲੀ ਕੀ ਸੰਗਤ ਸਕਲ ਭਈ ਪ੍ਰਾਂਤ ਇਕ ਥਾਏ, ਇੱਕ ਸਵੇਰ ਦਿੱਲੀ ਦੀ ਸਾਰੀ ਸੰਗਤ
ਇਕ ਥਾਂ ਤੇ ਇਕੱਠੀ ਹੋ ਜਾਂਦੀ ਹੈ। ਚੌਪਈ ਪੰਚਾਮ੍ਰਿਤ ਬਹੁਤੇ ਕਰਵਾਏ, ਬਹੁਤ ਸਾਰਾ ਕੜਾ ਪ੍ਰਸ਼ਾਦ ਤਿਆਰ ਕਰਵਾਇਆ ਹੈ। ਇਕੱਠੇ ਸਿੱਖ ਦਰਸ਼ਨ ਕੋ ਆਏ, ਤੇ ਸਾਰੇ ਸਿੱਖ ਇਕੱਠੇ ਹੋ ਕਰ ਸਤਿਗੁਰੂ ਜੀ ਦੇ ਦਰਸ਼ਨਾਂ ਨੂੰ ਆਏ ਹਨ। ਕੇਤਕ ਹੀਰਨ ਚੰਦੂ ਹੇਤ, ਕਈ ਤਾਂ ਚੰਦੂ ਨੂੰ ਹੀ ਵੇਖਣ ਵਾਸਤੇ ਆਏ ਹਨ। ਮਾਨਵ ਆਏ ਤਜੇ ਨਿਕੇਤ, ਕਈ ਆਦਮੀ ਘਰ ਛੱਡ ਕੇ ਸਿਰਫ ਇਸੇ ਕਰਕੇ ਆਏ ਕਿ ਜਾਕਰ ਚੰਦੂ ਨੂੰ ਵੇਖਦੇ ਹਾਂ। ਸਤਿਗੁਰ ਬੈਠੇ ਸਭਾ ਮਝਾਰੋ, ਸਤਿਗੁਰੂ ਜੀ ਦਰਬਾਰ ਦੇ ਵਿੱਚ ਬੈਠੇ ਹਨ। ਮਾਨੁਖ ਦਰਸ਼ਨ ਕਰਤ ਹਜ਼ਾਰਾਂ, ਹਜ਼ਾਰਾਂ ਹੀ ਮਨੁੱਖ ਉਹਨਾਂ ਦੇ ਦਰਸ਼ਨ ਕਰ ਰਹੇ ਹਨ। ਆਏ ਤਿਹਾਵਲ ਹੋਏ ਅਰਦਾਸ, ਕੜਾ ਪ੍ਰਸ਼ਾਦ ਆਉਂਦਾ ਤਾਂ ਅਰਦਾਸ ਹੁੰਦੀ ਹੈ। ਵਰਤਾਵੈ ਬੈਠੇ ਨਰ ਪਾਸ, ਤੇ ਕੋਲ ਬੈਠੇ ਜਿਹੜੇ ਆਦਮੀ ਹਨ ਉਹਨਾਂ ਨੂੰ ਵਰਤਾ ਦਿੰਦੇ ਹਨ। ਮੁਖੈ ਸਿੱਖ ਗੁਰ ਕੇ ਸੰਗ ਭਾਖੈ, ਮੋਤਬਰ ਜਿਹੜੇ ਸਿੱਖ ਹਨ ਉਹਨਾਂ ਨੇ ਗੁਰੂ ਜੀ ਨੂੰ ਕਹਿਆ ਹੈ। ਆਜ ਭਈ ਪੂਰਨ ਅਭਿਲਾਖੈ, ਕਿ ਅੱਜ ਸਾਡੀ ਇੱਛਾ ਪੂਰੀ ਹੋਈ ਹੈ। ਨਾਹੀਂ ਤਾਂ ਜਬ ਕੀ ਤਜੀ ਸਗਾਈ, ਨਹੀਂ ਤਾਂ ਜਦੋਂ ਦੀ ਕੁੜਮਾਈ ਛੱਡੀ ਸੀ, ਕਰਤ ਰਹਿਓ ਵੱਡ ਦੁਸ਼ਟ ਖੁਟਾਈ। ਤਦੋਂ ਤੋਂ ਹੀ ਵੱਡਾ ਦੁਸ਼ਟ ਚੰਦੂ ਬਰਿਆਈ ਹੀ ਕਰਦਾ ਰਹਿਆ ਸੀ। ਹੇਰ ਹੇਰ ਹਿਰਦੇ ਪਛਤਾਵੈ, ਤੇ ਅਸੀਂ ਵੇਖ ਵੇਖ ਕੇ ਪਛਤਾਉਂਦੇ ਹੀ ਰਹੇ ਸਾਹ। ਹਮ ਤੇ ਭਈ ਉਪਾਦ ਲਖਾਵੈ, ਕਿ ਸਾਡੇ ਕੋਲੋਂ ਅਵਗਿਆ ਹੋਈ ਇਹ ਸਮਝਦੇ ਪਏ ਸਾਹ। ਇਸ ਨੇ ਕਹੇ ਕੋ ਵਾਕ ਪ੍ਰਕਾਸ਼, ਤੇ ਚੰਦੂ ਨੇ ਜਿਹੜੇ ਜਦ ਮਾੜੇ ਬਚਨ ਪ੍ਰਗਟ ਕੀਤੇ ਸਨ ਬੋਲੇ ਸਨ। ਹਮ ਸੁਧ ਪਠੀ ਸਕਲ ਗੁਰ ਪਾਸ, ਤਾਂ ਅਸੀਂ ਸਾਰੀ ਖਬਰ ਗੁਰੂ ਜੀ ਨੂੰ ਭੇਜ ਦਿੱਤੀ ਸੀ। ਲਿਖਾਇਓ ਹਮਾਰੋ ਗੁਰ ਨੇ ਮਾਨਾ, ਸਾਡਾ ਲਿਖਿਆ ਹੋਇਆ ਗੁਰੂ ਜੀ ਨੇ ਮੰਨ ਲਿਆ ਸੀ। ਤਜਿਓ ਸਾਕ ਕੀਨਸ ਅਪਮਾਨਾ, ਤੇ ਸਨਮਾਨ ਕਰਨ ਵਾਲੇ ਦਾ ਰਿਸ਼ਤਾ ਛੱਡ ਦਿੱਤਾ ਸੀ। ਤਬ ਤੇ ਕੁਟਲ ਦੁਸ਼ਟ ਨਿਜ ਬਲ ਤੇ, ਉਸ ਸਮੇਂ ਤੋਂ ਹੀ ਇਹ ਕਪਟੀ ਤੇ ਪਾਪੀ ਆਪਣੀ ਤਾਕਤ ਦੇ ਨਾਲ ਕਰਤੋ ਰਹਿਓ ਅਵਗਿਆ ਛਲ ਤੇ, ਪਾਪ ਕਰਕੇ ਛਲ ਕਰਕੇ ਇਹ ਸਦਾ ਹੀ ਅਵਗਿਆ ਕਰਦਾ ਰਹਿਆ ਹੈ। ਕਰੇ ਕੋ ਕਰਮ ਮਹਾ ਅਪਰਾਧਾ, ਇਸ ਨੇ ਮਾੜੇ ਕਰਮ ਕਰਕੇ ਵੱਡਾ ਅਪਰਾਧ ਕੀਤਾ ਹੈ। ਤਿਨ ਕੋ ਫਲ ਸੰਕਟ ਅਬ ਲਾਦਾ, ਹੁਣ ਇਹ ਉਸੇ ਅਪਰਾਧ ਦੇ ਫਲ ਵਜੋਂ ਕਸ਼ਟ ਪ੍ਰਾਪਤ ਕਰ ਰਹਿਆ ਹੈ। ਆਜ ਨਿਚਿੰਤ ਪਏ ਹਮ ਸਾਰੇ, ਅੱਜ ਅਸੀਂ ਸਾਰੇ ਨਿਚਿੰਤ ਹੋ ਗਏ ਹਾਂ। ਗਾਹੇ ਗੁਰੂ ਦਰੋਹੀ ਹਤਿਆਰੇ, ਇਸ ਹਥਿਆਰੇ ਅਤੇ ਗੁਰੂ ਦੋਖੀ ਦੇ ਫੜੇ ਜਾਣ ਦੇ ਕਰਕੇ ਸ਼੍ਰੀ ਹਰਿਗੋਬਿੰਦ ਜੀ ਤਬ ਕਹਿਓ, ਤਦ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਫਰਮਾਇਆ ਹੈ। ਸ਼੍ਰੀ ਗੁਰ ਕਰਿਓ ਜਥਾ ਚਿਤ ਚਾਹਿਓ, ਇਹ ਸਭ ਕੁਝ ਗੁਰੂ ਜੀ ਨੇ ਕੀਤਾ ਜਿਵੇਂ ਉਹਨਾਂ ਦੇ ਚਿਤ ਨੇ ਚਾਹਿਆ ਹੈ। ਇਸ ਪਾਪੀ ਕੇ ਸੀਸ ਕਲੰਕ, ਇਸ ਪਾਪੀ ਦੇ ਸਿਰ ਤੇ ਵੱਡਾ ਕਲੰਕ ਸੀ। ਦੀਨਸ ਸੋ ਫਲ ਕਸ਼ਟ ਅਤੰਕ, ਤੇ ਕਸ਼ਟ ਦੇ ਭੈ ਉਸੇ ਹੀ ਫਲ ਦੇ ਹਨ। ਭਾਵ ਜਿਹੜਾ ਕਸ਼ਟ ਜਿਹੜਾ ਇਸ ਨੂੰ ਪ੍ਰਾਪਤ ਹੋ ਰਿਹਾ ਉਸੇ ਹੀ ਦੋਸ਼ ਦਾ ਪ੍ਰਾਪਤ ਹੋ ਰਹਿਆ ਹੈ। ਪਾਂਚ ਪਾਂਚ ਪਨਹੀ ਗਿਨ ਮਾਰੋ, ਗਿਣ ਕੇ ਚੰਦੂ ਦੇ ਪੰਜ ਪੰਜ ਜੁੱਤੀਆਂ ਮਾਰੋ। ਦੇਖ ਦੁਸ਼ਟ ਪੁਨ ਸਦਨ ਸਿਧਾਰੋ, ਤੇ ਇਸ ਪਾਪੀ ਨੂੰ ਵੇਖ ਕੇ ਫਿਰ ਆਪਣੇ ਘਰਾਂ ਨੂੰ ਚਲੇ ਜਾਵੋ। ਸੁਨ ਗੁਰ ਹੁਕਮ ਗਏ ਸਿੱਖ ਸਾਰੇ, ਗੁਰੂ ਜੀ ਦਾ ਹੁਕਮ ਸੁਣ ਕਰ ਸਾਰੇ ਸਿੱਖ ਜਾਂਦੇ ਹਨ। ਚੰਦੂ ਬੰਧਨ ਸਹਿਤ ਨਿਹਾਰੇ, ਤੇ ਰੱਸੇ ਦੇ ਨਾਲ ਬੰਦੇ ਹੋਏ ਚੰਦੂ ਨੂੰ ਸਾਰੇ ਹੀ ਵੇਖ ਰਹੇ ਹੁੰਦੇ ਹਨ। ਚੰਦੂ ਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਵੱਡੀ ਸਜ਼ਾ ਦੇ ਰਹੇ ਹਨ। ਮਜਨੂ ਕੇ ਟਿੱਲੇ ਪਾਵਨ ਸਥਾਨ ਤੇ ਲਿਆ ਕਰ ਬੜੀ ਹੀ ਦੁਰਦਸ਼ਾ ਸਹਿਤ ਉਸ ਨੂੰ ਬੰਨਿਆ ਹੋਇਆ ਹੈ। ਜਿਵੇਂ ਕੂਕਰ ਆਦਿਕ ਜਿੱਥੇ ਵੱਜਦੇ ਉੱਥੇ ਹੀ ਬੰਨਿਆ ਹੋਇਆ, ਤੇ ਉਸੇ ਹੀ ਪ੍ਰਕਾਰ ਉਸ ਨੂੰ ਭੋਜਨ ਆਦਿਕ ਦਿੱਤਾ ਜਾ ਰਿਹਾ, ਤਾਂ ਕਿ ਲੋਕਾਂ ਦੇ ਮਨਾਂ ਦੇ ਵਿੱਚ ਇੱਕ ਜਿਹੜਾ ਉਹਦੇ ਨਾਂ ਦਾ ਡਰ ਸੀ ਨਾ ਉਹ ਖਤਮ ਹੋ ਜਾਵੇ। ਕਿਉਂਕਿ ਬੜਾ ਲੋਕਾਂ ਦੇ ਵਿੱਚ ਪ੍ਰਚਾਰ ਹੋਇਆ ਸੀ ਕਿ ਗੁਰੂ ਪੰਜਵੇਂ ਪਾਤਸ਼ਾਹ ਜੀ ਨੂੰ ਇਸ ਨੇ ਸ਼ਹੀਦ ਕਰ ਦਿੱਤਾ, ਕੋਈ ਕੁਝ ਵੀ ਉਸ ਦਾ ਵਿਗਾੜ ਨਹੀਂ ਸਕਿਆ। ਹੁਣ ਲੋਕਾਂ ਦੇ ਸਾਹਮਣੇ, ਸੰਗਤ ਦੇ ਸਾਹਮਣੇ, ਸੰਸਾਰ ਦੇ ਸਨਮੁਖ ਉਹ ਚੰਦੂ ਨੂੰ ਸਜ਼ਾ ਪ੍ਰਾਪਤ ਹੋ ਰਹੀ, ਤਾਂ ਸਾਰਿਆਂ ਦੇ ਮਨਾਂ ਦੇ ਵਿੱਚ ਗੁਰੂ ਪ੍ਰਤੀ
ਇੱਕ ਸਤਕਾਰ ਆਦਰ ਵਾਧਾ ਪਿਆ, ਤੇ ਜਿਹੜਾ ਚੰਦੂ ਦਾ ਜਾਂ ਸਮੇਂ ਦੀ ਸਰਕਾਰ ਦਾ ਭੈ ਸੀ ਉਹ ਮਨਾਂ ਦੇ ਵਿੱਚੋਂ ਨਿਕਲਦਾ ਪਿਆ। ਹੁਣ ਦਿੱਲੀ ਦੀ ਸੰਗਤ ਆਈ ਤੇ ਸਤਿਗੁਰੂ ਜੀ ਨੇ ਸਾਰਿਆਂ ਨੂੰ ਹੁਕਮ ਕੀਤਾ ਕਿ ਭਾਈ ਜਿਵੇਂ ਬਾਕੀ ਸਾਰੇ ਇਸ ਦੇ ਸਿਰ ਤੇ, ਚੰਦੂ ਦੇ ਸਿਰ ਤੇ 5-5 ਜੁੱਤੀਆਂ ਮਾਰ ਰਹੇ ਹਨ, ਤੁਸੀਂ ਵੀ ਉਹ ਕਾਰਜ ਕਰੋ। ਸੰਗਤ ਨੇ ਸਤਿਗੁਰੂ ਜੀ ਦਾ ਹੁਕਮ ਪ੍ਰਾਪਤ ਕੀਤਾ ਹੈ ਜੀ। ਉਪਰੰਤ ਕਿਸ ਪ੍ਰਕਾਰ ਸਾਰੇ ਕਾਰਜ ਹੋ ਰਹੇ ਤੇ ਅੰਮ੍ਰਿਤਸਰ ਨੂੰ ਸਤਿਗੁਰੂ ਜੀ ਕਦੋਂ ਚਾਲੇ ਪਾਉਂਦੇ ਹਨ, ਸਮੁੱਚਾ ਇਤਿਹਾਸ ਆਉਣ ਵਾਲੇ ਸਮੇਂ ਦੇ ਵਿੱਚ ਆਪ ਸਭ ਸੰਗਤਾਂ ਨੂੰ ਸਰਵਣ ਕਰਵਾਇਆ ਜਾਵੇਗਾ ਜੀ। ਸਮੇਂ ਦੀ ਸੰਪੂਰਨਤਾ ਹੈ ਜੀ। ਆਓ 2 ਪੰਕਤੀਆਂ ਪੜ੍ਹ ਕੇ ਫਤਿਹ ਬੁਲਾਉਣਾ ਕਰੀਏ। ਦੋਹਰਾ। ਆਪ ਸ਼੍ਰੀ ਹਰਿ ਗੋਬਿੰਦ ਕੀ ਕਥਾ ਸੁਨੋ ਮਨ ਲਾਏ, ਦਿੱਲੀ ਕੀ ਸੰਗਤ ਸਕਲ ਭਈ ਪ੍ਰਾਤ ਇਕ ਥਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਇਆਲ। ਏਕ ਅਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਚੜੇ ਸੂਤਰ ਜੋ ਸ਼ਰਧਾ ਕਰ ਸੇਵੰਦੇ, ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵਦੇ, ਪਾਰ ਉਤਾਰਨ ਹਾਰ। ਕਥਾ ਵਿਚਾਰਾਂ ਕਰਦਿਆਂ ਹੋਇਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ ਜੀ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੈ ਜੀ। ਬਖਸ਼ ਲੈਣਾ ਦੇਹੁ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।